ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਆਪਾਂ ਸਾਰੇ ਰਲ ਮਿਲ ਕੇ ਗੁਰ ਕਿਰਪਾ ਦੁਆਰਾ ਕਰ ਰਹੇ ਹਾਂ। ਜਿੰਨੀ ਕੁ ਸੋਝੀ ਗੁਰ ਬਖਸ਼ਦਾ ਹੈ ਉਨੀ ਕੁ ਹੀ ਵਿਚਾਰ ਕਰਦੇ ਹਾਂ। ਕੁਛ ਮਾਨਤਾਵਾਂ ਹਨ ਜੋ ਸਾਡੇ ਸਿੱਖ ਮਤ ਵਿੱਚ ਵੀ ਪ੍ਰਚਲਿਤ ਹਨ। ਉਹਨਾਂ ਬਾਰੇ ਗੁਰਬਾਣੀ ਕੀ ਫਰਮਾਨ ਜਾਰੀ ਕਰਦੀ ਹੈ, ਉਸ ਦੀ ਵੀ ਹੈ ਮੇਰੇ ਮਨਾ ਸੋਝੀ ਹੋਣੀ ਬਹੁਤ ਜ਼ਰੂਰੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਬਾਵਚਨ ਹੈ ਕਿ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਜਿਵੇਂ ਪਹਿਲਾਂ ਸ਼ੁਰੂਆਤ ਵਿੱਚ ਬਚਨ ਆਇਆ ਸੀਗਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਹੁਣ ਸਾਡੇ ਉਸ ਬਚਨ ਨੂੰ ਪ੍ਰਚਲਿਤ ਕਰ ਦਿੱਤਾ, ਸੋਚ ਨੂੰ ਸੋਚ ਬਣਾਤਾ। ਨਹਾਉਣ ਦੇ ਨਾਲ ਸੰਬੰਧਿਤ ਗੱਲ ਕਰ ਲਈ, ਜਦ ਕਿ ਉੱਥੇ ਸ਼ਬਦ ਸੋਚ ਹੈ। ਸ਼ੁਰੂਆਤ ਹੀ ਪਾਤਸ਼ਾਹ ਨੇ ਸੋਚ ਤੋਂ ਕੀਤੀ ਕਿ ਸਾਡਾ ਸੋਚਣਾ ਹੀ ਸਾਨੂੰ ਇੱਕ ਬਾਰੇ ਸੋਝੀ ਨਹੀਂ ਆਉਣ ਦਿੰਦਾ ਕਿ ਇੱਕ ਕੀ ਹੈ। ਜਦੋਂ ਅਸੀਂ ਆਪਣੀ ਸੋਚ ਨੂੰ ਛੱਡ ਕੇ ਇੱਕ ਬਾਰੇ ਸਮਝਣਾ ਸ਼ੁਰੂ ਕਰਦੇ ਹਾਂ, ਜੋ ਸਾਨੂੰ ਗੁਰਬਾਣੀ ਸਮਝਾ ਰਹੀ ਹੈ ਜਾਂ ਸਤਿਗੁਰ ਸਮਝਾ ਰਿਹਾ ਹੈ, ਤਾਂ ਸਾਨੂੰ ਇੱਕ ਦੀ ਸਮਝ ਆਵੇਗੀ। ਪਰ ਜਿੰਨਾ ਚਿਰ ਅਸੀਂ ਸੋਚਾਂਗੇ ਸਮਝਾਂਗੇ ਕੁਛ ਨਹੀਂ। ਜਦੋਂ ਸਮਝਾਂਗੇ ਫਿਰ ਸੋਚ ਕੁਛ ਨਹੀਂ ਸਕਦੇ। ਸੋ ਇਸ ਬਚਨ ਦੇ ਅੰਦਰ ਪਾਤਸ਼ਾਹ ਹੁਣ ਗੱਲ ਕਰਦੇ ਆ ਤੀਰਥ ਨਾਵਾਂ। ਇਹ ਹੈ ਨਹਾਉਣ ਦੀ ਗੱਲ, ਜੋ ਬਾਹਰੀ ਤੌਰ ਤੇ ਪ੍ਰਚਲਿਤ ਵਿਚਾਰਧਾਰਾ ਹੈ ਕਿ ਫਲਾਣੇ ਤੀਰਥ ਤੇ ਜਾਓ, ਉੱਥੇ ਜਾ ਕੇ ਇਸ਼ਨਾਨ ਕਰੋ। ਉਹ ਇਸ਼ਨਾਨ ਹੀ ਸ਼ਬਦ ਵਰਤਦੇ ਆ, ਵੈਸੇ ਇਸ਼ਨਾਨ ਵਰਤਿਆ ਤਾਂ ਨਹੀਂ ਜਾਂਦਾ। ਪ੍ਰਚਲਿਤ ਜੋ ਹੋ ਗਈ ਵਿਚਾਰਧਾਰਾ ਕਿ ਉੱਥੇ ਨਹਾਉਣ ਦੇ ਨਾਲ ਆਹ ਫਲ ਮਿਲਦਾ ਹੈ, ਉੱਥੇ ਨਹਾਉਣ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ। ਜੋ ਪਹਿਲਾਂ ਸਨਾਤਨ ਮਤ ਦੀ ਪ੍ਰਚਲਿਤ ਵਿਚਾਰਧਾਰਾ ਸੀ, ਅੱਜ ਉਹੀ ਸਿੱਖ ਮਤ ਦੇ ਅੰਦਰ ਵੀ ਪ੍ਰਚਲਿਤ ਹੈ। ਜਦ ਕਿ ਸਾਨੂੰ ਗੁਰਬਾਣੀ ਨੇ ਹਰ ਇੱਕ ਪੱਖ ਤੋਂ ਅਵੇਅਰਨੈਸ ਦਿੱਤੀ ਹੈ, ਸੋਝੀ ਬਖਸ਼ੀ ਹੈ ਕਿ ਨਹਾਉਣਾ ਕੁਛ ਹੋਰ ਹੁੰਦਾ, ਇਸ਼ਨਾਨ ਕੁਛ ਹੋਰ ਹੁੰਦਾ। ਬਾਹਰੀ ਤੀਰਥ ਕੋਈ ਹੋਰ ਨੇ, ਅਸਲੀ ਤੀਰਥ ਕੋਈ ਹੋਰ ਹੈ। ਜਿਹੜੇ ਬਾਹਰੀ ਤੌਰ ਤੇ ਤੀਰਥ ਬਣੇ ਹੋਏ ਸੀ, ਉਹਨਾਂ ਤੀਰਥਾਂ ਦੇ ਉੱਪਰ ਜਾ ਕੇ ਤਾਂ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਉਹਨਾਂ ਲੋਕਾਂ ਨੂੰ ਦੱਸਿਆ ਵੀ ਭਾਈ ਅਸਲੀ ਤੀਰਥ ਆਹ ਹੈ। ਹੁਣ ਜਿਨ੍ਹਾਂ ਨੇ ਜਾ ਕੇ ਦੱਸਿਆ ਸੀ, ਉਹਨਾਂ ਦੇ ਨਾਵਾਂ ਦੇ ਉੱਪਰ ਹੀ ਤੀਰਥ ਬਣਾਤੇ। ਸਾਤੋਂ ਵੀ ਇਹ ਕਮੀ ਰਹਿ ਗਈ, ਕਿਉਂਕਿ ਅਸੀਂ ਗੁਰਬਾਣੀ ਤੋਂ ਤਾਂ ਨਹੀਂ ਕੁਛ ਵੀ ਪੁੱਛਿਆ। ਅਸੀਂ ਜੋ ਸਾਡੀ ਪ੍ਰਚਲਿਤ ਵਿਚਾਰਧਾਰਾ ਸੀ, ਉਹਨੂੰ ਭੈ ਰੱਖ ਕੇ ਅਸੀਂ ਮੰਨਿਆ। ਭੈ ਮੁਕਤ ਨਹੀਂ ਹੋਏ, ਭੈ ਦੇ ਵਿੱਚ ਮੰਨਿਆ। ਅਰ ਹੇ ਮੇਰੇ ਮਨਾ ਤੂੰ ਮੰਨ ਵੀ ਰਿਹਾ। ਅਸਲ ਵਿੱਚ ਪਰਮਾਰਥ ਦੇ ਰਸਤੇ ਦਾ ਸਭ ਤੋਂ ਵੱਡਾ ਜਿਹੜਾ ਅਸੂਲ ਹੈ, ਪਹਿਲਾ ਮੁੱਢਲਾ, ਉਹ ਇਹੀ ਹੈ ਕਿ ਤੂੰ ਨਿਰਭਉ ਹੋਵੇਂ। ਜਿੰਨਾ ਚਿਰ ਤੂੰ ਨਿਰਭਉ ਨਹੀਂ ਹੁੰਦਾ, ਉਨਾ ਚਿਰ ਤੂੰ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕਦਾ। ਹਾਂ, ਆਪਣੇ ਆਪ ਨੂੰ ਜਿਵੇਂ ਮਰਜ਼ੀ ਮੰਨੀ ਚੱਲ ਕੇ ਮੈਂ ਪਰਮਾਰਥੀ ਹਾਂ, ਉਹ ਗੱਲ ਵੱਖਰੀ ਹੈ। ਪਰ ਗੁਰਬਾਣੀ ਅਨੁਸਾਰ ਜਾਂ ਗੁਰਬਾਣੀ ਤੋਂ ਸੋਝੀ ਜਿੰਨੀ ਆਉਂਦੀ ਹੈ, ਉਹਦੇ ਮੁਤਾਬਕ ਇਹੀ ਗੱਲ ਹੈ ਕਿ ਨਿਰਭਉ ਹੋਏ ਭਜੋ ਭਗਵਾਨ। ਜਿੰਨਾ ਚਿਰ ਹੈ ਮੇਰੇ ਮਨਾ ਤੂੰ ਨਿਰਭਉ ਨਹੀਂ ਹੁੰਦਾ, ਉਨਾ ਚਿਰ ਤੂੰ ਭਗਵਾਨ ਦੇ ਨਾਲ ਜੁੜ ਨਹੀਂ ਸਕਦਾ। ਭਜੋ ਦਾ ਭਾਵ ਹੁੰਦਾ ਜੁੜਨਾ, ਤਜੋ ਦਾ ਭਾਵ ਹੁੰਦਾ ਛੱਡਣਾ। ਅਸੀਂ ਭਜੋ ਦਾ ਅਰਥ ਵੀ ਕਰ ਲਿਆ ਵੀ ਨਾਮ ਨੂੰ ਬਾਰ-ਬਾਰ ਜਪਣਾ। ਭਜਨ ਦਾ ਅਰਥ ਹੈ ਜੁੜਨਾ, ਕਿਉਂਕਿ ਭਾਗਿਆਵਾਨ ਬਣਨਾ ਤਾਂ ਹੀ ਆਪਣੇ ਮੂਲ ਨਾਲ ਜੁੜਾਂਗੇ ਨਾ।
ਸੋ ਇਸ ਬਚਨ ਦੇ ਅੰਦਰ ਹੈ ਮੇਰੇ ਮਨਾ ਪਾਤਸ਼ਾਹ ਤੈਨੂੰ ਸਮਝਾਉਂਦੇ ਆ ਕਿ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਹੁਣ ਬੜੀ ਵੱਡੀ ਗੱਲ ਕਰਦੇ ਆ ਪਾਤਸ਼ਾਹ, ਕਹਿੰਦੇ ਤੀਰਥ ਨਾਵਾ ਵੀ ਤੀਰਥ ਤਾਂ ਮੈਂ ਤਾਂ ਨਾਵਾਂ ਜੇ ਤਿਸ ਭਾਵਾਂ ਜਿਹੜਾ ਤੀਰਥ ਉਹਨੂੰ ਭਾਉਂਦਾ ਹੋਵੇ। ਕਿ ਜੇ ਉਹਨੂੰ ਭਾਉਂਦਾ ਹੀ ਨਹੀਂ ਇਹ ਤੀਰਥ, ਫਿਰ ਮੈਂ ਉਹ ਤੇ ਕਿਵੇਂ ਨਾਵਾਂ। ਗੱਲ ਹੁਣ ਹੋ ਗਈ ਜੇ ਤਿਸ ਭਾਵਾਂ, ਵੀ ਜੇ ਉਹਨੂੰ ਕੋਈ ਚੀਜ਼ ਭਾਉਂਦੀ ਹੈ, ਬਿਨ ਭਾਣੇ ਕੇ ਨਾਏ ਕਰੀ, ਭਾਣਾ ਹੋਵੇ ਉਹ ਤੋਂ ਬਿਨਾਂ ਤਾਂ ਨਹਾਉਣ ਦਾ ਕੋਈ ਫਾਇਦਾ ਹੀ ਨਹੀਂ। ਜੀ ਉਹਦੀ ਰਜ਼ਾ ਦੇ ਵਿੱਚ ਸਾਰਾ ਕੁਝ ਵਰਤ ਰਿਹਾ ਹੈ, ਔਰ ਸਾਰਾ ਕੁਝ ਵਰਤਦੇ ਦੀ ਸੋਝੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਹ ਮੇਰੇ ਮਨਾ ਇੰਨੀ ਗੱਲ ਕਹਿ ਕੇ ਵੀ ਨਹੀਂ ਖਹਿੜਾ ਛੁੱਟਣਾ ਕਿ ਸਾਰਾ ਕੁਝ ਉਹਦੇ ਭਾਣੇ 'ਚ ਹੀ ਹੋ ਰਿਹਾ, ਕਿ ਸਾਰਾ ਕੁਝ ਉਹਦੇ ਹੁਕਮ 'ਚ ਹੀ ਹੋ ਰਿਹਾ, ਸਾਰਾ ਕੁਝ ਉਹਦੀ ਰਜ਼ਾ 'ਚ ਹੋ ਰਿਹਾ। ਇੰਨੀ ਗੱਲ ਮੂੰਹੋਂ ਕਹਿਣ ਨਾਲ ਕੁਝ ਨਹੀਂ ਬਣਨਾ, ਜਿੰਨਾ ਚਿਰ ਇਹ ਗੱਲ ਨੂੰ ਸਵੈਮ ਮੰਨਦਾ ਨਹੀਂ। ਮੰਨੇ ਤੇ ਖਹਿੜਾ ਛੁੱਟਣਾ, ਕਹੇ ਤੇ ਨਹੀਂ ਹੈ। ਕਹਿਣ ਨੂੰ ਤਾਂ ਸਾਰੀ ਕਹਿੰਦੇ ਆ, ਸਭ ਕਹਤੇ ਹੈ ਪਾਇਆ, ਸਾਰੀ ਕਹਿੰਦੇ ਆ, ਘਾਟ ਨਾ ਕਿ ਨਹੀਂ ਕਾਇਆ, ਕੋਈ ਵੀ ਨਹੀਂ ਘੱਟ ਕਹਾ ਰਿਹਾ। ਪਰ ਜਦੋਂ ਉਹਨਾਂ ਨਾਲ ਬੈਠ ਕੇ ਵਿਚਾਰ ਕੀਤੀ ਜਾਂਦੀ ਹੈ, ਫਿਰ ਕੋਈ ਵੀ ਨਹੀਂ ਬੋਲਦਾ। ਵਿਚਾਰ ਕਰਨੀ ਕੋਈ ਨਹੀਂ ਚਾਹੁੰਦਾ, ਪ੍ਰਚਾਰ ਕਰਨਾ ਹਰ ਕੋਈ ਚਾਹੁੰਦਾ ਹੈ। ਇਹ ਮੇਰੇ ਮਨਾ ਇਹ ਸਭ ਤੋਂ ਵੱਡੀ ਮੁਸ਼ਕਲ ਹੈ। ਗੁਰਬਾਣੀ ਵਿਚਾਰ ਤੇ ਖੜਾਉਂਦੀ ਹੈ, ਸੰਸਾਰ ਪ੍ਰਚਾਰ ਤੇ ਖੜਾਉਂਦਾ ਹੈ। ਸੰਸਾਰੀ ਵਿਚਾਰਧਾਰਾ ਇਹ ਹੈ, ਜੇ ਪ੍ਰਚਾਰ ਹੈ ਤਾਂ ਵਪਾਰ ਹੈ। ਗੁਰਬਾਣੀ ਕਹਿੰਦੀ ਹੈ ਜੇ ਵਿਚਾਰ ਹੈ ਤਾਂ ਆਚਾਰ ਹੈ। ਆਤਮਾ ਲਈ ਵਿਚਾਰ ਹੋਣੀ ਜ਼ਰੂਰ ਹੈ। ਜੇ ਆਤਮਾ ਵਿਚਾਰ ਕਰੂਗੀ ਤਾਂ ਪ੍ਰਾਤਮਾ ਦਾ ਆਚਾਰ ਬਣੂਗਾ, ਆਚਰਣ ਬਣੂਗਾ ਸੱਚਖੰਡ ਵਾਲਾ। ਜੇ ਆਤਮਾ ਪ੍ਰਚਾਰ ਕਰੂਗੀ ਤਾਂ ਪ੍ਰਾਤਮਾ ਦੇ ਲਈ ਵਪਾਰ ਹੋਊਗਾ, ਮਾਇਆ ਇਕੱਠੀ ਕਰਨੀ, ਸੰਸਾਰ 'ਚ ਹੋਂਦ ਰੱਖਣੀ, ਸੰਸਾਰ 'ਚ ਪਕੜ ਵਧਾਉਣੀ। ਇਹ ਮੇਰੇ ਮਨਾ ਇਹ ਹੁਣ ਤੂੰ ਆਪ ਪਟੰਤਰਾ ਕਰ ਕਿ ਤੂੰ ਕਿੱਧਰ ਨੂੰ ਚੱਲਣਾ ਹੈ, ਕਿਉਂਕਿ ਗੱਲ ਤੇਰੇ ਤੇ ਖੜਾਈ ਹੋਈ ਹੈ। ਮਾਨੁਖ ਕੋ ਪ੍ਰਭ ਦੀ ਵਡਿਆਈ ਹੈ, ਇੱਥੇ ਤੈਨੂੰ ਵਡਿਆਈ ਹੈ ਵੀ ਤੂੰ ਦੇਖ ਕਿੱਧਰ ਨੂੰ ਚੱਲਣਾ। ਪਰ ਨਾਲ ਦੱਸਾ ਵੀ ਜੇ ਇਸ ਪੌੜੀ ਤੇ ਜੋ ਨਰ ਚੁੱਕਾ, ਜੇ ਇੱਥੋਂ ਹੁਣ ਤੂੰ ਚੁੱਕ ਗਿਆ, ਆਏ ਜਾਏ ਦੁੱਖ ਪਾਏ ਨਾ, ਦੁਬਾਰਾ ਫੇਰ 84 ਹੈ, ਦੁਬਾਰਾ ਫੇਰ ਨਰਕ ਹੈ, ਦੁਬਾਰਾ ਫੇਰ ਭਵ ਸਾਗਰ ਹੈ। ਇਹ ਹੁਣ ਤੇਰੇ ਤੇ ਪੰਕਜ ਮੋਹ ਪੱਗ ਨਹੀਂ ਚੱਲਦਾ, ਬੜਾ ਚਿੱਕੜ ਹੈ। ਸੁਰਤ ਬਾਰ-ਬਾਰ ਸਲਿੱਪ ਕਰਦੀ ਹੈ, ਜਿਵੇਂ ਚਿੱਕੜ ਦੇ ਵਿੱਚੋਂ ਪੈਰ ਸਲਿੱਪ ਕਰਦੇ ਆ, ਇਸੇ ਤਰ੍ਹਾਂ ਮਾਇਆ ਰੂਪੀ ਜਿਹੜਾ ਚਿੱਕੜ ਆ ਉਹਦੇ ਵਿੱਚ ਸੁਰਤ ਬਾਰ-ਬਾਰ ਸਲਿੱਪ ਕਰੀ ਜਾਂਦੀ ਹੈ। ਸੋ ਤੀਰਥ ਨਾਵਾ, ਤੀਰਥ ਕੀ ਹੁੰਦਾ ਹੈ? ਤੀ ਹੁੰਦੀ ਹੈ ਬੁੱਧੀ, ਆਤਮਾ। ਰਥ ਹੁੰਦਾ ਸਰੀਰ, ਆ ਜਿਹੜਾ ਬਾਹਰਲਾ ਸਰੀਰ ਹੈ ਰਥ ਹੈ, ਇਹਨੂੰ ਚਲਾਉਂਦੀ ਕੌਣ? ਆਤਮਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਬਾਹੋ। ਦੋ ਚੀਜ਼ਾਂ ਨੇ, ਇੱਕ ਰਥ ਹੈ ਇੱਕ ਰਥ ਬਾਹੋ, ਇੱਕ ਚਲਾਉਣ ਵਾਲਾ ਵੀ। ਇਹ ਸਰੀਰ ਨੂੰ ਚਲਾਉਣ ਵਾਲਾ ਤਾਂ ਕੋਈ ਹੈ ਨਾ। ਤੀਰਥ ਨਾਵਾ। ਹੁਣ ਬੁੱਧੀ ਨੇ ਇਸ਼ਨਾਨ ਕਰਨਾ, ਮਨ ਮੈਲਾ ਨਾ, ਮਨ ਨੇ ਇਸ਼ਨਾਨ ਕਰਨਾ। ਹੁਣ ਮਨ ਦਾ ਇਸ਼ਨਾਨ ਬਾਹਰ ਕਿਵੇਂ ਹੋ ਜਾਊਗਾ? ਪਹਿਲਾਂ ਤਾਂ ਮਨ ਦੇਖਣਾ ਪਊਗਾ। ਇਸ ਮਨ ਕੋ ਕੋਈ ਖੋਜੋ ਪਾਈ ਹੈ ਮੇਰੇ ਪਹਿਲਾਂ ਮਨਾ, ਪਹਿਲਾਂ ਤਾਂ ਤੂੰ ਆਪਣੀ ਖੋਜ ਕਰ ਵੀ ਤੂੰ ਹੈ ਕੀ ਚੀਜ਼। ਫਿਰ ਮਨ ਨੂੰ ਦੇਖਿਆ ਜਾਊਗਾ ਵੀ ਇਹਦੇ 'ਚ ਮੈਲ ਕਿੰਨੀ ਹੈ, ਉਹ ਫਿਰ ਮੈਲ ਧੋ ਕਿਵੇਂ ਹੋਣੀ ਹੈ। ਇਹ ਕਿੱਡਾ ਵੱਡਾ ਪ੍ਰੋਸੈਸ ਹੈ। ਪਰ ਹੇ ਮੇਰੇ ਮਨਾ, ਤੂੰ ਤਾਂ ਉਹ ਪ੍ਰੋਸੈਸ ਹੀ ਨਹੀਂ ਕਰਦਾ ਕੁਛ। ਤੂੰ ਤਾਂ ਚਾਰ ਸ਼ਬਦ ਗੁਰਬਾਣੀ ਦੇ ਪੜ੍ਹ ਕੇ ਤੂੰ ਕਹਿੰਦਾ ਵੀ ਸਾਰਾ ਕੁਛ ਹੀ ਮਿਲ ਗਿਆ। ਨਹੀਂ ਮਿਲਣਾ। ਇਹ ਵੀ ਤੇਰਾ ਇੱਕ ਬਹੁਤ ਵੱਡਾ ਭਰਮ ਹੈ, ਤੈਨੂੰ ਇਹਨੇ ਵੀ ਲੈ ਕੇ ਬਹਿ ਜਾਣਾ। ਤੀਰਥ, ਇਹ ਤੇ ਥੱਥੇ ਨੂੰ ਸਿਹਾਰੀ ਹੈ।
ਅਸਲ ਵਿੱਚ ਮਨ ਸਮਝਾਵਣ ਕਾਰਨੇ ਕਛੁ ਕਪੜੀਆ ਗਿਆਨ ਹੈ। ਬੁੱਧੀ ਆਪ ਹੀ ਆਪਣੇ ਆਪ ਚ ਰਥ ਹੈ, ਬੁੱਧੀ ਆਪ ਹੀ ਆਪਣੇ ਆਪ ਚ ਰਥਵਾਨ ਵੀ ਹੈ। ਸਾਡੀ ਆਪਣੀ ਆਤਮਾ ਦੇ ਹੱਥ 'ਚ ਹੀ ਹੈ ਸਰੀਰ ਨਾਲ ਜੁੜੇ ਰਹਿਣਾ, ਆਹ ਸਰੀਰ ਨੂੰ ਛੱਡ ਜਾਣਾ। ਇਸ ਮਾਇਆ ਨੂੰ ਫੜਨਾ ਸਾਡੀ ਆਪਣੀ ਮਰਜ਼ੀ ਹੈ, ਇਸ ਮਾਇਆ ਨੂੰ ਛੱਡਣਾ ਸਾਡੀ ਆਪਣੀ ਮਰਜ਼ੀ ਹੈ। ਪਰਮੇਸ਼ਰ ਤਾਂ ਸਾਨੂੰ ਸਮਝਾਉਂਦਾ ਹੀ ਹੈ ਵੀ ਆਹ ਕੰਮ ਤੇਰੇ ਵਾਸਤੇ ਸਹੀ ਹੈ, ਆਹ ਕੰਮ ਤੇਰੇ ਵਾਸਤੇ ਗਲਤ ਹੈ। ਚੋਣ ਤੈਅ ਕਰਨੀ ਹੈ ਕਿ ਤੂੰ ਫੜਨਾ ਕਿਹੜਾ ਕੰਮ ਹੈ। ਤੀਰਥ ਨਾਵਾ, ਹੁਣ ਨਾਵਾ ਸ਼ਬਦ ਹੈ ਜਿਹੜਾ, ਇਹ ਬੜੀ ਮਹੱਤਤਾ ਰੱਖਦਾ ਹੈ। ਇਹਦੇ ਲਈ ਬਹੁਤ ਜ਼ਰੂਰੀ ਹੈ ਸਾਨੂੰ ਗੁਰਬਾਣੀ ਤੋਂ ਸੋਝੀ ਹੋਣੀ। ਪਰ ਅਸੀਂ ਕੀ ਕਰ ਲਿਆ, ਸਾਡੇ ਕਈ ਸ਼ਬਦਾਂ ਦਾ ਅਰਥ ਵੀ ਜਦੋਂ ਆਪਣੇ ਹਿਸਾਬ 'ਚ ਹੋ ਜਾਂਦਾ ਹੈ, ਤਕਰੀਬਨ ਮੈਂ ਇਹ ਵੀ ਗੱਲਾਂ ਸੁਣਨ 'ਚ ਮੈਨੂੰ ਮਿਲਦੀਆਂ ਨੇ ਕਿ ਜੀ ਗੁਰਬਾਣੀ ਦੇ ਅਰਥ ਹਰ ਕੋਈ ਆਪਣੀ ਅਵਸਥਾ ਮੁਤਾਬਕ ਕਰਦਾ ਹੈ। ਵੀ ਅਭਿਆਸੀਆਂ ਦੇ ਅਰਥ ਹੋਰ ਨੇ, ਅਨੁਭਵੀਆਂ ਦੇ ਅਰਥ ਹੋਰ ਨੇ, ਬ੍ਰਹਮ ਗਿਆਨੀਆਂ ਦੇ ਅਰਥ ਹੋਰ ਨੇ, ਆਮ ਬੰਦਿਆਂ ਦੇ ਹੋਰ ਨੇ, ਵਿਦਵਾਨਾਂ ਦੇ ਹੋਰ ਨੇ। ਤਾਂ ਫਿਰ ਇਹਦਾ ਮਤਲਬ ਸਾਰੇ ਸਹੀ ਨੇ, ਫਿਰ ਤਾਂ ਗਲਤ ਕੋਈ ਵੀ ਨਹੀਂ ਹੈਗਾ। ਫਿਰ ਤਾਂ ਹਰ ਕੋਈ ਆਪਣੇ ਹਿਸਾਬ ਨਾਲ ਅਰਥ ਕਰ ਰਿਹਾ, ਉਹ ਕਹਿੰਦਾ ਮੈਂ ਵੀ ਸਹੀ ਹਾਂ, ਉਹ ਕਹਿੰਦਾ ਮੈਂ ਵੀ ਸਹੀ ਹਾਂ। ਫਿਰ ਤਾਂ ਕੋਈ ਫੈਸਲਾ ਹੀ ਨਹੀਂ ਹੋ ਰਿਹਾ ਕਿਸੇ ਚੀਜ਼ ਦਾ। ਫਿਰ ਤਾਂ ਸਾਰੀਆਂ ਇਹੀ ਆਤਮਾਵਾਂ ਸੱਚਖੰਡ ਵਿੱਚ ਜਾ ਕੇ ਕਹਿਣਗੀਆਂ ਵੀ ਮੇਰੀ ਤਾਂ ਇਹੀ ਅਵਸਥਾ ਸੀ, ਮੈਂ ਆਪਣਾ ਅਰਥ ਕਰ ਲਿਆ, ਮੈਂ ਸਹੀ ਹਾਂ। ਉਹ ਦੂਜਾ ਕਹੂਗਾ ਮੈਂ ਸਹੀ ਹਾਂ, ਤੀਜਾ ਕਹੂਗਾ ਮੈਂ ਸਹੀ ਹਾਂ। ਪਰ ਗੁਰਬਾਣੀ ਨੇ ਫੈਸਲਾ ਇਹ ਦਿੱਤਾ ਵੀ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਏ ਬਾਹਰ। ਫਿਰ ਹੇ ਮੇਰੇ ਮਨਾ, ਖੋਟੇ ਕੌਣ ਨੇ? ਉਹ ਤਾਂ ਫੈਸਲਾ ਇਹ ਕਰਦੇ ਵੀ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜ ਮੰਨ ਲਿਆ। ਫਿਰ ਇਹ ਗੱਲ ਕਿੱਧਰ ਨੂੰ ਜਾਊਗੀ? ਫਿਰ ਤਾਂ ਹਰ ਕੋਈ ਉਹ ਸਹੀ ਕਹਿ ਰਿਹਾ। ਹੇ ਮੇਰੇ ਮਨਾ, ਆਪਣੇ ਅੰਦਰ ਝਾਤੀ ਮਾਰ। ਅਸਲ ਵਿੱਚ ਜਿਹੜੀ ਗੁਰਬਾਣੀ ਹੈ ਇਹ ਅਰਥ ਹੈ, ਅਰਥ ਦਾ ਅਰਥ ਨਹੀਂ ਹੋ ਸਕਦਾ। ਕਿਤੇ ਨਹੀਂ ਲਿਖਿਆ ਗੁਰਬਾਣੀ 'ਚ ਵੀ ਇਹਦੇ ਅਰਥ ਕਰਿਓ। ਅਰਥਾਂ ਦੀ ਵਿਚਾਰ ਹੁੰਦੀ ਹੈ, ਗੁਰਬਾਣੀ 'ਚ ਵਿਚਾਰ ਬਾਰ-ਬਾਰ ਲਿਖਿਆ ਹੋਇਆ ਸ਼ਬਦ। ਪਰ ਅਸੀਂ ਕੁਛ ਹੋਰ ਬਣਾ ਲਈ ਗੱਲ। ਔਰ ਜਿਹੜੀ ਗੱਲ ਰਹੀ ਵੀ ਇਹਦਾ ਅਰਥ ਕੋਈ ਆਪਣੀ ਮਰਜ਼ੀ ਨਾਲ ਕਰ ਨਹੀਂ ਹੋ ਸਕਦਾ। ਇੱਕੋ ਹੀ ਬਾਣੀ ਗੁਰਬਾਣੀ ਹੈ, ਇੱਕ ਹੀ ਇਹਦਾ ਅਰਥ ਹੋਊਗਾ, ਦੂਜਾ ਅਰਥ ਨਹੀਂ ਹੋ ਸਕਦਾ। ਹਾਂ, ਉਹ ਵਿਦਵਾਨੀ ਤਾਂ ਦਿਮਾਗ ਦੀ ਖੇਡ ਹੋ ਸਕਦੀ ਹੈ ਵੀ ਇੱਕ ਅਰਥ ਦੇ, ਇੱਕ ਅੱਖਰ ਦੇ 8-8 9-9 ਅਰਥ ਕਰ ਦੇਣੇ, ਫਿਰ ਉਹ 'ਚੋਂ ਸਹੀ ਕਿਹੜਾ ਹੈ? ਫਿਰ ਤਾਂ ਜਿਹੜੇ ਜੁਗਿਆਸੂ ਨੇ, ਸੁਣਨ ਵਾਲੇ ਆ, ਉਹ ਤਾਂ ਪਜਲ ਹੋ ਜਾਣਗੇ ਵੀ ਆਹ ਅਰਥ ਸਹੀ ਹੈ, ਕਾਹ ਅਰਥ ਸਹੀ ਹੈ। ਔਰ ਸਾਨੂੰ ਅਵਸਥਾ ਦਾ ਵੀ ਨਹੀਂ ਪਤਾ ਲੱਗਦਾ ਵੀ ਕਿਹੜੀ ਅਵਸਥਾ ਹੈ। 3 ਅਵਸਥਾਵਾਂ ਨੇ। ਪਹਿਲੀ ਰਜੋ ਗੁਣ ਹੈ, ਦੂਜੀ ਤਮੋ ਗੁਣ ਹੈ, ਤੀਜੀ ਸਤੋ ਗੁਣ ਹੈ। ਇਹ ਤਿੰਨੇ ਅਵਸਥਾ ਮਾਇਆ ਦੀਆਂ ਨੇ। ਇਹ ਤੋਂ ਬਾਅਦ ਚੌਥਾ ਪਦ ਹੈ ਰਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਤਾਂ ਮਾਇਆ ਹੈ। ਤ੍ਰੈ ਗੁਣ ਮਿੱਟ ਹੈ, ਇਹ ਮਾਇਆ ਦੇ ਗੁਣ ਨੇ। ਖਾਈਏ ਸਾਰ, ਇਹ ਤੋਂ ਉੱਪਰ ਹੈ ਅਸਲੀ ਗੱਲ। ਗੁਰਬਾਣੀ ਤਾਂ ਹੈ ਮੇਰੇ ਮਨਾ ਤੈਨੂੰ ਇਹਨਾਂ ਤਿੰਨੇ ਗੁਣਾਂ ਨੂੰ ਛੱਡਣ ਵਾਸਤੇ ਕਹਿੰਦੀ। ਜਦੋਂ ਇਹ ਤਿੰਨੇ ਗੁਣਾਂ ਨੂੰ ਛੱਡੇਗਾ, ਇੱਕ ਹੋਵੇਗਾ, ਫਿਰ ਤੈਨੂੰ ਜਾ ਕੇ ਚੌਥੇ ਦਾ ਪਤਾ ਲੱਗਣਾ। ਅਸਲ ਖੇਡ ਉੱਥੋਂ ਸ਼ੁਰੂ ਹੁੰਦੀ ਹੈ, ਉੱਥੋਂ ਸ਼ੁਰੂ ਹੁੰਦਾ ਪਰਮਾਰਥ ਦਾ ਰਸਤਾ। ਤੈਨੂੰ ਪਰਮਾਰਥ ਦੇ ਰਸਤੇ ਦਾ ਗਿਆਨ ਕੋਈ ਨਹੀਂ, ਸੋਝੀ ਕੋਈ ਨਹੀਂ, ਮੰਨੀ ਜਾ ਰਿਹਾ ਕਿ ਮੈਂ ਪਰਮਾਰਥ ਦੇ ਰਸਤੇ ਤੇ ਚੱਲਦਾ। ਕੱਲੀ ਗੁਰਬਾਣੀ ਪੜ੍ਹ ਕੇ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਿਆ ਜਾ ਸਕਦਾ। ਇਹ ਨਹੀਂ ਹੋ ਸਕਦਾ। ਗੁਰਬਾਣੀ ਕਿਤੇ ਨਹੀਂ ਕਹਿ ਰਹੀ। ਪਹਿਲਾਂ ਗੁਰਮੁਖ ਬਣਨਾ ਪੈਂਦਾ,
ਫੇਰ ਜਾ ਕੇ ਕਿਤੇ ਨਾਦ ਸੁਣਦਾ ਹੈ, ਫੇਰ ਜਾ ਕੇ ਵਿਆਖਿਆ ਸ਼ੁਰੂ ਹੁੰਦੀ ਹੈ। ਗੁਰਬਾਣੀ ਬਾਣੀ ਦੀ ਵਿਆਖਿਆ ਹੈ। ਗੁਰਬਾਣੀ ਨਾਮ ਦੀ ਵਿਆਖਿਆ ਹੈ। ਗੁਰਬਾਣੀ ਬਾਣੀ ਦੇ ਅਰਥ ਨੇ। ਅਰਥ ਦਾ ਕਦੇ ਵੀ ਅਰਥ ਨਹੀਂ ਹੋ ਸਕਦਾ। ਅਰਥ ਦੀ ਹਮੇਸ਼ਾ ਹੀ ਵਿਚਾਰ ਹੁੰਦੀ ਹੈ। ਸਾਡੇ ਕਹਿੰਦੇ ਵੀ ਇਹਦੇ ਜਿੰਨੇ ਮਰਜ਼ੀ ਅਰਥ ਕਰ ਲਓ, ਇਹਦੀ ਵਿਚਾਰ ਕਰਨੀ ਹੈ ਅਸੀਂ ਆਪਣੇ ਹਿਸਾਬ, ਆਪਣੇ ਮਨ ਦੇ ਉੱਪਰ ਲਾ ਕੇ। ਆਪਣੇ ਮਨ ਦੀ ਮੈਲ ਨੂੰ ਕੱਢਣ ਵਾਸਤੇ ਦੀ ਵਿਚਾਰ ਕਰਨੀ ਹੈ। ਜਿੰਨੀ ਹੈ ਮੇਰੇ ਮਨਾਂ ਤੋਂ ਬਾਰ-ਬਾਰ ਇਹਦੀ ਵਿਚਾਰ ਕਰੇਗਾ ਤਾਂ ਹੀ ਤਾਂ ਗੁਰਬਾਣੀ ਕਹਿੰਦੀ ਹੈ ਬਾਰੰਬਾਰ ਬਾਰ ਪ੍ਰਭ ਜਪੀ। ਜਪਣ ਦਾ ਅਰਥ ਸਿੱਧਾ ਵਿਚਾਰ ਹੈ। ਪ੍ਰਭ ਨੂੰ ਵਿਚਾਰਨਾ, ਪ੍ਰਭੂ ਨੂੰ ਨਹੀਂ, ਪ੍ਰਭ ਨੂੰ, ਆਪਣੇ ਆਪ ਨੂੰ ਵਿਚਾਰਨਾ ਕਿ ਮੇਰੀ ਮਨੋਦਸ਼ਾ ਕੀ ਚੱਲ ਰਹੀ ਹੈ, ਮੇਰੇ ਅੰਦਰ ਕੈਸੀ ਬਿਰਤੀ ਹੈ। ਅਰਥ ਤਾਂ ਇੱਕੋ ਹੀ ਹੈ। ਹੁਣ ਪਾਣੀ ਤਾਂ ਪਾਣੀ ਹੋਈ ਹੈ, ਉਹਦੇ ਨਾਂ ਤੁਸੀਂ ਬਦਲ ਲਓਗੇ। ਪਾਣੀ ਕਹਿ ਦਿਓ, ਵਾਟਰ ਕਹਿ ਦਿਓ, ਨੀਰ ਕਹਿ ਦਿਓ, ਜਲ ਕਹਿ ਦਿਓ, ਉਹਦੇ ਨਾਂ ਬਦਲ ਗਏ, ਅਰਥ ਕਿੱਥੋਂ ਬਦਲ ਗਿਆ? ਨਾਂ ਬਦਲ ਜਾਣਾ ਗੱਲ ਹੋਰ, ਅਰਥ ਨਹੀਂ। ਪਾਣੀ ਤਾਂ ਪਾਣੀ ਹੀ ਰਹੂਗਾ। ਮਿੱਠਾ ਪਾਣੀ, ਉਹਦਾ ਅਰਥ ਬਦਲ ਗਿਆ, ਉਹਦਾ ਨਾਂ ਬਦਲਿਆ। ਕੌੜਾ ਪਾਣੀ, ਗੰਦਾ ਪਾਣੀ, ਸਾਫ਼ ਪਾਣੀ। ਅਸੀਂ ਨਾਮ ਬਦਲ ਨੂੰ ਕਹਿੰਦਾ ਵੀ ਉਹਦਾ ਅਰਥ ਨਹੀਂ ਬਦਲਦਾ ਹੁੰਦਾ, ਅਰਥ ਉਹੀ ਰਹਿਣਾ। ਬਾਣੀ ਦਾ ਅਰਥ ਗੁਰਬਾਣੀ ਹੀ ਰਹੂਗੀ। ਗੁਰਬਾਣੀ ਦੇ ਅਸੀਂ ਵਿਚਾਰ ਕਰਾਂਗੇ। ਭਾਸ਼ਾ ਹੈ ਸਾਡੇ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਨੇ। ਕੋਈ ਉਹਨੂੰ ਪਾਣੀ ਕਹਿੰਦਾ, ਕੋਈ ਉਹਨੂੰ ਜਲ ਕਹਿੰਦਾ, ਕੋਈ ਉਹਨੂੰ ਵਾਟਰ ਕਹਿ ਦਿੰਦਾ, ਪਰ ਮੂਲ ਅਸ ਧਾਤੂ ਤਾਂ ਉਹਦਾ ਉਹੀ ਹੈ ਨਾ, ਕਿ ਪਿਆਸ ਬੁਝਾਉਣੀ ਹੈ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਦੇਖਣਾ ਕਿ ਤੇਰੀ ਜਿਹੜੀ ਗੁਰਬਾਣੀ ਹੈ ਇਹ ਪਿਆਸ ਬੁਝਾਉਂਦੀ ਹੈ। ਤੀਰਥ ਨਾਵਾ ਕਿ ਤੇਰੀ ਜਿਹੜੀ ਬੁੱਧੀ ਹੈ, ਆਹ ਜਿਹੜਾ ਰਥ ਤੇ ਸਵਾਰ ਹੋਈ ਹੋਈ ਹੈ, ਕਿ ਇਹਦੇ ਕੋਲ ਨਾਵਾ ਹੈ। ਆ ਜਿਹੜੀ ਨੌਕਾ ਹੈ, ਕਿਸ਼ਤੀ ਹੈ, ਕਿਸ਼ਤੀ ਦੇ ਉੱਪਰ ਸਵਾਰ ਹੈ, ਕੀ ਇਹ ਤੈਨੂੰ ਪਾਰ ਵੀ ਲਿਜਾਂਦੀ ਹੈ ਕਿ ਕਿਸ਼ਤੀ ਉਸੇ ਘੁੰਮਣ ਘੇਰੀ 'ਚ ਘੁਮਾਈ ਜਾਂਦੀ ਹੈ? ਜੇ ਤਿਸ ਭਾਵਾਂ ਕਿ ਤੈਨੂੰ ਇਹ ਗੱਲ ਭਾਉਂਦੀ ਵੀ ਹੈ ਨਾ ਕਿ ਜੋ ਕੁਛ ਤੂੰ ਜਪ ਰਿਹਾ ਜਾਂ ਤੂੰ ਕਰ ਰਿਹਾ ਕਿ ਉਹਦੇ ਵਿੱਚੋਂ ਤੈਨੂੰ ਕੁਛ ਭਾਵ ਹੀ ਰਿਹਾ, ਪ੍ਰਾਪਤੀ ਵੀ ਹੋ ਰਹੀ ਹੈ, ਭਾਉਂਦਾ ਤਾਂ ਤੈਨੂੰ ਕੁਛ ਵੀ ਨਹੀਂ ਹੈ। ਉਹਨਾਂ ਤੀਰਥਾਂ ਦੇ ਉੱਪਰ ਜਿਹੜੇ ਸੰਸਾਰੀ ਤੀਰਥ ਮੰਨੇ ਹੋਏ ਨੇ ਪੰਡਤ ਨੇ ਜਾਂ ਵਿਦਵਾਨਾਂ ਨੇ, ਉਹਨਾਂ ਤੀਰਥਾਂ ਦੇ ਉੱਪਰ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨਾਲ ਵਿਚਾਰ ਕੀਤੀ ਕਿ ਭਾਈ ਤੁਸੀਂ ਇਹਨੂੰ ਤੀਰਥ ਮੰਨਦੇ ਹੋ, ਇਹ ਤੀਰਥ ਨਹੀਂ ਹੈਗਾ। ਜੇ ਤੁਸੀਂ ਇਹਨੂੰ ਤੀਰਥ ਮੰਨਦੇ ਹੋ ਤਾਂ ਦੱਸੋ ਪ੍ਰਾਪਤੀ ਫਿਰ ਕੀ ਹੈ ਤੁਹਾਨੂੰ ਇੱਥੇ? ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੀ ਜੋਤ ਦਿੰਦੀ ਹੈ। ਉਹ ਸਰੀਰ ਨਹੀਂ ਦੇਖਦੇ, ਉਹ ਜੋਤ ਦੇਖਦੇ, ਕਿਉਂਕਿ ਉਹ ਵਾਸੀ ਹੋਈ ਸੱਚਖੰਡ ਦੇ। ਉਹ ਸੱਚਖੰਡ ਦੀ ਦ੍ਰਿਸ਼ਟੀ ਤੋਂ ਦੇਖਦੇ ਆ, ਅਸੀਂ ਸੰਸਾਰੀ ਦ੍ਰਿਸ਼ਟੀ ਤੋਂ ਦੇਖਦੇ। ਫਿਰ ਸਾਡਾ ਔਰ ਦੂਜਿਆਂ ਦਾ ਕੀ ਫਰਕ ਪੈ ਗਿਆ? ਉਹ ਜਾ ਕੇ ਗੰਗਾ ਤੇ ਨਹਾ ਆਉਂਦੇ ਸੀ, ਅਸੀਂ ਜਾ ਕੇ ਸਰੋਵਰ 'ਚ ਨਹਾ ਲੈਂਦੇ ਹਾਂ। ਵੈਸੇ ਤਾਂ ਅਸੀਂ ਉਹਨੂੰ ਸਰੋਵਰ ਕਹਿਣ ਲੱਗ ਗਏ, ਸਾਡੀ ਭਾਸ਼ਾ 'ਚ ਬਣ ਗਿਆ, ਉਹ ਹੈ ਤਾਂ ਤਲਾਅ ਹੈ। ਪਹਿਲਾਂ ਤਲਾਅ ਹੀ ਕਹਿੰਦੇ ਸੀ। ਸਾਡੀ ਹੁਣ ਨਵੀਂ ਜਿਹੜੀ ਭਾਸ਼ਾ ਆ ਗਈ, ਅਸੀਂ ਨਵੇਂ ਅਰਥ ਸ਼ੁਰੂ ਕਰ ਲਏ, ਅਸੀਂ ਉਹਦੇ ਸਾਰੇ ਅਰਥ ਹੀ ਚੇਂਜ ਕਰ ਲਏ, ਕਿਉਂਕਿ ਅਸੀਂ ਅਰਥਾਂ ਦੇ ਅਰਥ ਕਰਨ ਲੱਗੇ। ਜੇ ਤਾਂ ਕਰਦੇ ਵਿਚਾਰ, ਫਿਰ ਤਾਂ ਸਾਡੇ ਕੋਲੋਂ ਅਸਲੀ ਤੱਤ ਵਸਤੂ ਰਹਿ ਹੀ ਜਾਣੀ ਸੀਗੀ। ਅਸੀਂ ਵਿਚਾਰ ਛੱਡ ਕੇ ਪ੍ਰਚਾਰ ਵਾਲਾ ਪਾਸਾ ਸ਼ੁਰੂ ਕਰ ਲਿਆ। ਪ੍ਰਚਾਰ ਦੇ ਵਿੱਚ ਪ੍ਰਾਪਤੀ ਵੀ ਜੋ ਹੈ ਸਭ ਦੇ ਸਾਹਮਣੇ ਹੀ ਹੈ, ਕੋਈ ਗੱਲ ਲੁਕੀ ਛੁਪੀ ਨਹੀਂ ਹੈਗੀ। ਤੇ ਜਿਹੜੇ ਵਿਚਾਰ ਕਰਦੇ ਆ ਉਹਨਾਂ ਦੀ ਗੱਲ ਵੀ ਲੁਕੀ ਛੁਪੀ ਨਹੀਂ, ਉਹ ਵੀ ਸਾਹਮਣੇ ਹੀ ਹੈ। ਹੇ ਮੇਰੇ ਮਨਾ, ਪਾਤਸ਼ਾਹ ਜੋ ਸਮਝਾਉਣਾ ਚਾਹੁੰਦੇ ਹੈ ਗੱਲ, ਉਹ ਗੱਲ ਨੂੰ ਸਮਝਣ ਲਈ ਕੁਛ ਨਾ ਕੋਸ਼ਿਸ਼ ਕਰ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ, ਕਿ ਉਸ ਤੀਰਥ ਤੇ ਨਹਾਓ ਜਿੱਥੇ ਜਾ ਕੇ ਕਦਰ ਵੀ ਹੋਵੇ, ਸੱਚਖੰਡ ਵੱਲੋਂ ਪ੍ਰਵਾਨ ਵੀ ਹੋਵੇ, ਜਿਹੜਾ ਸੱਚਖੰਡ ਨੂੰ ਭਾਉਂਦਾ ਤੀਰਥ ਹੈ। ਤੇ ਜੇ ਸੱਚਖੰਡ ਨੂੰ ਹੀ ਨਹੀਂ ਭਾਉਂਦਾ,
ਸਾ ਸੇਵਾ ਕੀਤੀ ਸਫਲ ਹੈ। ਕਹਿੰਦੇ ਉਹ ਸੇਵਾ ਕੀਤੀ ਹੋਈ ਸਫਲ ਹੈ। ਅਸੀਂ ਇਹ ਨਹੀਂ ਪਾਤਸ਼ਾਹ ਕਹਿੰਦੇ ਵੀ ਸੇਵਾ ਨਹੀਂ ਕਰਨੀ ਚਾਹੀਦੀ, ਕਰੋ, ਪਰ ਕਿਹੜੀ ਸੇਵਾ? ਜਿਤ ਸਤਿਗੁਰ ਕਾ ਮਨ ਮੰਨੇ। ਨਾਲ ਸ਼ਰਤ ਪਈ ਹੈ, ਹੁਣ ਸਤਿਗੁਰ ਦਾ ਮਨ ਵੀ ਮੰਨਣਾ ਚਾਹੀਦਾ। ਹੁਣ ਪਹਿਲੀ ਗੱਲ ਤਾਂ ਵੀ ਸਾਨੂੰ ਇਹ ਪਤਾ ਲੱਗੇ ਵੀ ਸਤਿਗੁਰ ਕੌਣ ਹੈ। ਇਹ ਵੀ ਜ਼ਰੂਰੀ ਹੈ, ਕਿਉਂਕਿ ਸਤਿਗੁਰ ਤਾਂ ਚੇਤਨ ਹੁੰਦਾ, ਸਤਿਗੁਰ ਜੜ ਨਹੀਂ ਹੁੰਦਾ। ਸਤਿਗੁਰ ਜਾਗਦਾ ਹੈ ਦਿਓ, ਉਹ ਤਾਂ ਜਾਗਦਾ ਹੈ। ਭੁੱਲੀ ਮਾਲ ਨਹੀਂ ਹੈ, ਭੁੱਲੀ ਹੋਈ ਹੈ ਬੁੱਧੀ। ਬੁੱਧੀ ਦਾ ਜਿਹੜਾ ਮੂਲ ਹੈ ਉਹੀ ਸਤਿਗੁਰ ਹੈ। ਸਾ ਸੇਵਾ ਕੀਤੀ ਸਫਲ ਹੈ। ਪਾਤਸ਼ਾਹ ਕਹਿੰਦੇ ਅਸੀਂ ਮੰਨਦੇ ਹਾਂ ਵੀ ਸੇਵਾ ਕਰਨੀ ਚਾਹੀਦੀ ਹੈ, ਪਰ ਸਫਲ ਵੀ ਹੋਣੀ ਚਾਹੀਦੀ ਹੈ ਨਾ। ਜੇ ਸਫਲੇ ਨਾ ਹੋਈ, ਜਿਤ ਸਤਿਗੁਰ ਕਾ ਮਨ ਮੰਨੇ। ਫਿਰ ਉਹ ਕਹਿੰਦੇ ਵੀ ਜੀ ਸਤਿਗੁਰ ਦੇ ਮਨ ਮੰਨੇ ਦਾ ਕਿਵੇਂ ਪਤਾ ਲੱਗੂ ਵੀ ਸਤਿਗੁਰ ਦਾ ਮਨ ਮੰਨਿਆ ਕਿ ਨਹੀਂ ਮੰਨਿਆ? ਕਹਿੰਦੇ ਹਾਂ, ਇਹ ਵੀ ਦੱਸ ਦਿੰਦੇ ਆ, ਇਹ ਵੀ ਅਸੀਂ ਦੱਸਾਂਗੇ। ਸਤਿਗੁਰ ਕਾ ਮਨ ਮੰਨਿਆ ਤਾਂ ਕੀ ਹੈ? ਪਾਪ ਕਸੰਮਲ ਭੰਨੇ। ਆ ਹੈ ਗੱਲ, ਆ ਹੈ ਫੈਸਲਾ ਦਰਗਾਹ ਦਾ, ਸੱਚਖੰਡ ਦਾ। ਆ ਚੀਜ਼ ਦੀ ਵਿਚਾਰ ਹੈ। ਪ੍ਰਚਾਰ 'ਚ ਕਿਹਾ ਜਾਂਦਾ ਵੀ ਤੁਸੀਂ ਇਸ ਤਰੀਕ ਤੇ ਨਹਾ ਲਓ, ਤੁਹਾਨੂੰ ਆਹ ਕੁਛ ਮਿਲ ਜਾਂਦਾ। ਤੇ ਵਿਚਾਰ 'ਚ ਇਹ ਗੱਲ ਆਖੀ ਜਾਂਦੀ ਵੀ ਜੇ ਆਹ ਕੁਛ ਕਰੇਗਾ ਤਾਂ ਕੁਛ ਬਣੂਗਾ। ਵਿਚਾਰ ਹੈ ਜਿਹੜੀ ਉਹ ਮਾਇਆ ਤੋਂ ਤੋੜਦੀ ਹੈ, ਪ੍ਰਚਾਰ ਹੈ ਜਿਹੜਾ ਮਾਇਆ ਨਾਲ ਜੋੜਦਾ ਹੈ। ਬਹੁਤ ਫਰਕ ਹੈ। ਤਾਂ ਹੀ ਪਾਤਸ਼ਾਹ ਨੇ ਇਹ ਗੱਲ ਕਹੀ ਕਿ ਭਗਤਾਂ ਦੇ ਸੰਸਾਰੀਆਂ ਜੋੜ ਕੇ ਦੇਣਾ ਨਹੀਂ ਆਉਂਦਾ। ਪਾਤਸ਼ਾਹ ਦਾ ਤੀਰਥ ਹੁੰਦਾ ਬੁੱਧੀ ਦਾ ਨਹਾਉਣਾ, ਬੁੱਧੀ ਦਾ ਇਸ਼ਨਾਨ ਕਰਨਾ। ਕਿਉਂ ਬੁੱਧੀ ਦਾ ਇਸ਼ਨਾਨ ਕਰਾਉਣਾ? ਕਿਉਂ ਮਨ ਦਾ ਇਸ਼ਨਾਨ? ਕਿਉਂਕਿ ਮਨ ਕਿਸੇ ਨੂੰ ਭਾ ਜਾਵੇ। ਜਿਹਦੇ ਚੋਂ ਮਨ ਪੈਦਾ ਹੋਇਆ ਉਹ ਮਨ ਤੇ ਖੁਸ਼ ਹੋ ਜਾਵੇ। ਬੱਚਾ ਉਹ ਕੰਮ ਕਰਦਾ ਕਿ ਮੇਰੇ ਤੇ ਮੇਰੇ ਮਾਂ-ਬਾਪ ਖੁਸ਼ ਹੋਣ, ਮੇਰੀ ਇੱਜ਼ਤ ਹੋਵੇ। ਇਸੇ ਤਰ੍ਹਾਂ ਮਨ ਹੈ ਜਿਹੜਾ ਇਹ ਉਹ ਕੰਮ ਕਰੇ, ਉਹ ਕਾਰਜ ਕਰੇ ਜਿਹਦੇ ਨਾਲ ਇਹਦਾ ਮੂਲ ਖੁਸ਼ ਹੋ ਜਾਵੇ। ਜਦੋਂ ਇਹਦਾ ਮੂਲ ਖੁਸ਼ ਹੋ ਜਾਣਾ, ਬਿਨ ਭਾਣੇ ਕਿ ਨਾ ਕਰੀ, ਫੇਰ ਇਹਨੂੰ ਪਤਾ ਲੱਗਣਾ ਵੀ ਸਾਰਾ ਕੁਛ ਤਾਂ ਹੁਕਮ 'ਚ ਹੈ। ਉਨਾ ਚਿਰ ਨਹੀਂ ਹੈ, ਉਨਾ ਚਿਰ ਤਾਂ ਫਿਰ ਇਹ ਕਹਿਣ ਵਾਸਤੇ ਹੀ ਕਰੂਗਾ। ਸੋ ਹੇ ਮੇਰੇ ਮਨਾ, ਜਿਹੜਾ ਤੀਰਥ ਹੈ ਉਹ ਅਸਲ ਵਿੱਚ ਤੇਰੀ ਜਿਹੜੀ ਆਤਮ ਹੈ, ਇਹਨੇ ਹੀ ਆ ਜਿਹੜਾ ਰਥ ਫੜਿਆ ਹੋਇਆ ਇਹਨੂੰ ਛੱਡਣਾ। ਇਹਦੇ ਲਈ ਇਸ਼ਨਾਨ ਕਰਨਾ ਕਿ ਆ ਜਿਹੜਾ ਮੈਲ ਰੂਪੀ ਰਥ ਹੈ ਇਹਨੂੰ ਮੈਂ ਛੱਡ ਕੇ ਜਾਣਾ। ਕਿਸ਼ਤੀ ਦੀ ਉਨਾ ਚਿਰ ਹੀ ਲੋੜ ਹੈ ਜਿੰਨਾ ਚਿਰ ਕਿਨਾਰੇ ਨਹੀਂ ਲੱਗਦੀ। ਜਦੋਂ ਕਿਨਾਰੇ ਲੱਗ ਜਾਂਦੀ ਹੈ ਫਿਰ ਕਿਸ਼ਤੀ ਛੱਡ ਦੇਈਦੀ ਹੈ, ਫਿਰ ਅੱਗੇ ਵਧੀਦਾ ਹੈ। ਇਹ ਸਰੀਰ ਦੀ ਉਨਾ ਚਿਰ ਵੈਲਿਊ ਤਾਂ ਹੈ ਜਿੰਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ। ਜਦੋਂ ਮਨ ਸ਼ੁੱਧ ਹੋ ਗਿਆ ਫਿਰ ਨਹੀਂ ਵੈਲਿਊ ਹੈ, ਫਿਰ ਤਾਂ ਇਹਦੇ ਵੱਲ ਝਾਕਣਾ ਵੀ ਨਹੀਂ ਹੈ। ਜਦੋਂ ਕਿਸ਼ਤੀ ਤੋਂ ਕਿਨਾਰੇ ਟੱਪ ਗਏ ਫਿਰ ਤਾਂ ਮੰਜ਼ਿਲ ਵੱਲ ਵਧਣਾ, ਫਿਰ ਕਿਸ਼ਤੀ ਵੱਲ ਥੋੜ੍ਹਾ ਝਾਕਣਾ। ਕਿਸ਼ਤੀ ਵੱਲ ਤਾਂ ਝਾਕਣਾ ਜੇ ਦੁਬਾਰਾ ਮੁੜ ਕੇ ਆਉਣਾ, ਜਦੋਂ ਦੁਬਾਰਾ ਮੁੜਨਾ ਹੀ ਨਹੀਂ। ਜਿਹਨੇ ਦੁਬਾਰਾ ਮੁੜਨ ਦੀ ਇੱਛਾ ਹੈ ਉਹ ਤਾਂ ਝਾਕਦਾ ਹੀ ਹੈ। ਭਗਤ ਸਾਹਿਬਾਨ ਨਹੀਂ ਝਾਕਦੇ, ਉਹ ਕਹਿੰਦੇ ਬਹੁਰ ਹਮ ਕਾਹੇ ਆਵਾਂਗੇ, ਕਹਿੰਦੇ ਅਸੀਂ ਕਿਉਂ ਮੁੜ ਕੇ ਆਵਾਂਗੇ। ਜਿਨ੍ਹਾਂ ਨੂੰ ਕੁਛ ਲੱਗਦਾ ਮੈਲ ਹੈ, ਥੋੜ੍ਹੀ ਬਹੁਤੀ ਲੱਗੀ ਮਨ 'ਚ, ਕਿਤੇ ਨਾ ਕਿਤੇ ਕੋਈ ਕਮੀ ਹੈ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜਦੋਂ ਕਿਸ਼ਤੀ ਤੋਂ ਉਤਰਦੇ ਵੀ ਕਮੀ ਹੈ, ਵੀ ਇੱਥੋਂ ਤੱਕ ਹੀ ਤੁਰ ਹੋਣਾ, ਗਾਂ ਨਹੀਂ ਜਾ ਹੋਣਾ। ਫਿਰ ਉਹਨਾਂ ਨੂੰ ਉਹ ਕਿਸ਼ਤੀ ਵੱਲ ਝਾਕਣਾ ਪੈਂਦਾ ਵੀ ਇਹ ਕਿਸ਼ਤੀ ਛੱਡ ਕੇ ਨਾ ਜੇ, ਕਿਉਂਕਿ ਮੁੜ ਕੇ ਫੇਰ ਆਉਣਾ ਇੱਧਰ ਨੂੰ, ਦੁਬਾਰਾ ਫੇਰ ਭਵ ਸਾਗਰ ਵਿੱਚ ਯਾਤਰਾ ਸ਼ੁਰੂ ਹੈ। ਪਰ ਜਿਨ੍ਹਾਂ ਨੇ ਯਾਤਰਾ ਮੁਕੰਮਲ ਕਰ ਲਈ ਉਹ ਨਹੀਂ ਕਿਸ਼ਤੀ ਵੱਲ ਝਾਕਦੇ। ਅਗਾਂਹ ਕੂ ਤਰਾਂਗ, ਪਿੱਛੇ ਫੇਰ ਨਾ ਮੋੜੜਾ, ਉਹ ਨਹੀਂ ਪਿੱਛੇ ਝਾਕਦੇ। ਕਹਿੰਦੇ ਕਾਹਦੀ ਝਾਕੀਏ, ਇਸ ਤਾਂ ਅੱਗੇ ਜਾਣਾ ਹੈ। ਸਾਡਾ ਤਾਂ ਇੱਥੇ ਕੋਈ ਲਿੰਕ ਹੀ ਨਹੀਂ ਹੈਗਾ, ਸਾਡਾ ਕੋਈ ਜੋੜ ਹੀ ਨਹੀਂ ਇੱਥੇ। ਸਾਡਾ ਤਾਂ ਜਿਹੜਾ ਹੈ ਅੱਗੇ ਹੈ ਜੋੜ, ਅਸੀਂ ਤਾਂ ਆਪਣੇ ਘਰੇ ਜਾਣਾ ਹੈ। ਨਾਨਕ ਵੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਮੈਂ ਤਾਂ ਕਹਿੰਦਾ ਉੱਥੇ ਜਾਣਾ, ਇੱਥੇ ਤਾਂ ਦੁਬਾਰਾ ਫੇਰ ਸਰੀਰ ਮਿਲੀ ਜਾਂਦੇ ਆ। ਸੋ ਔਖੀ ਖੇਡ ਹੈ, ਪਰ ਇਹ ਤੋਂ ਬਿਨਾਂ ਹੇ ਮੇਰੇ ਮਨਾ ਖਹਿੜਾ ਵੀ ਨਹੀਂ ਛੁੱਟਣਾ।
ਸੋ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਸਾਰਾ ਕੁਝ ਹੀ ਸਮਝਾਇਆ। ਆਪਾਂ ਗੁਰਬਾਣੀ ਤੋਂ ਹੋਰ ਵੀ ਬਚਨਾਂ ਬਾਰੇ ਸੋਝੀ ਪ੍ਰਾਪਤ ਕਰਾਂਗੇ ਕਿ ਜਿਹੜਾ ਤੀਰਥ ਹੈ ਅਸਲ ਵਿੱਚ ਉਹੀ ਹੈ ਜਿਹੜਾ ਉਹਨੂੰ ਭਾਉਂਦਾ ਹੋਵੇ, ਜਿਹਦੇ ਨਾਲ ਮਨ ਸ਼ੁੱਧ ਹੋ ਜਾਵੇ। ਤੀ ਹੁੰਦੀ ਹੈ ਬੁੱਧੀ, ਰਤ ਹੁੰਦੀ ਹੈ ਜਿਹਦੇ ਤੇ ਉਹ ਸਵਾਰ ਹੁੰਦੀ ਹੈ, ਉਹਦੀਆਂ ਇੱਛਾਵਾਂ, ਉਹਦੀ ਸੋਚ। ਮਨ ਮੈਲਾ, ਮਨ ਨੇ ਸ਼ੁੱਧ ਹੋਣਾ। ਜੇ ਤਿਸ ਭਾਵਾਂ ਕਿ ਮੈਂ ਉਹਨੂੰ ਭਾ ਜਾਵਾਂ, ਬਿਨ ਭਾਣੇ ਕੇ ਨਾਏ ਕਰੀ। ਜਦੋਂ ਉਹਨੂੰ ਭਾ ਜਾਂਦਾ ਮਨ ਆਪਣੇ ਮੂਲ ਨੂੰ, ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸਾਰੀ ਖੇਡ ਤਾਂ ਉਹਦੇ ਹੁਕਮ 'ਚ ਵਰਤਦੀ ਹੈ। ਜਿਹੜਾ ਹੈਗਾ ਬਾਹਰੀ ਤੌਰ ਤੇ ਪਿੰਡੇ ਨਹਾਉਣ ਵਾਲੀ ਗੱਲ, ਉਹਨਾਂ ਲਈ ਤਾਂ ਗੁਰਬਾਣੀ 'ਚ ਬੜੀ ਸਖਤੀ ਨਾਲ ਵੀ ਪੇਸ਼ ਆਈ ਹੈ। ਬਚਨ ਪਾਤਸ਼ਾਹੀਆਂ ਨੇ ਕੀਤੇ ਆ। ਹੁਣ ਪਾਤਸ਼ਾਹ ਦਾ ਸਿੱਧਾ ਹੀ ਕਹਿੰਦੇ ਆ, ਜਲ ਕੇ ਮੰਜਨ ਜੇ ਗਤ ਹੋਵੈ ਨਿਤ ਨਿਤ ਮੇਂਢਕ ਨਹਾਵੈ। ਹੇ ਮੇਰੇ ਮਨਾ, ਇਹ ਕੀ ਗੁਰਬਾਣੀ ਦੀ ਪੰਕਤੀ ਤੇਰੇ ਤੇ ਲਾਗੂ ਨਹੀਂ ਹੋਵੇਗੀ ਕਿ ਜਲ ਕੇ ਮੱਜਨ ਜੇ ਗਤ ਹੋਵੈ, ਵੀ ਜੇ ਜਲ ਵਿੱਚ ਨਹਾਉਣ ਨਾਲ ਹੀ ਗਤੀ ਹੁੰਦੀ ਹੈ, ਫਿਰ ਤਾਂ ਨਿਤ ਨਿਤ ਮੇਂਢਕ ਨਹਾਵੈ। ਹੇ ਮੇਰੇ ਮਨਾ, ਤੇਰੀ ਤੁਲਨਾ ਡੱਡੂ ਨਾ ਕਰਤੀ ਪਾਤਸ਼ਾਹ ਨੇ। ਫਿਰ ਤਾਂ ਕਹਿੰਦੇ ਡੱਡੂਆਂ ਦੀ ਮੁਕਤੀ ਹੋ ਜਾਣੀ ਚਾਹੀਦੀ ਹੈ, ਫਿਰ ਉਹਨਾਂ ਦੀ ਕਿਉਂ ਨਹੀਂ ਹੁੰਦੀ? ਉਹ ਤਾਂ ਰਹਿੰਦਾ ਹੀ ਉਹਦੇ ਵਿੱਚ ਹੈ, ਪਾਣੀ 'ਚ। ਇਹ ਮੇਰੇ ਮਨਾ, ਵੇਖ ਸੱਚੇ ਪਾਤਸ਼ਾਹ ਤੈਨੂੰ ਕੀ ਕਹਿੰਦੇ ਆ। ਤੂੰ ਇਹਨਾਂ ਬਚਨਾਂ ਤੋਂ ਮੁਨਕਰ ਨਹੀਂ ਹੋ ਸਕਦਾ। ਇਹ ਤੂੰ ਆਪਣੇ ਅੰਦਰ ਝਾਤੀ ਮਾਰ, ਕਿਤੇ ਤੂੰ ਗੁਰਬਾਣੀ ਦੇ ਵਿਰੋਧ 'ਚ ਤਾਂ ਨਹੀਂ ਖੜ ਗਿਆ ਜਾ ਕੇ। ਕਿਤੇ ਚੰਗਾ ਕਰਦਾ ਆਪਣੇ ਵੱਲੋਂ, ਤਾਂ ਹੀ ਪਾਤਸ਼ਾਹ ਨੇ ਤੀਰਥ ਨਾਵਾ ਜੇ ਤਿਸ ਭਾਵਾ। ਉਹ ਕੁਛ ਕਰ ਜਿਹੜਾ ਉਹਨੂੰ ਪਾਉਂਦਾ ਹੋਵੇ। ਤੂੰ ਇਹ ਨਾ ਭਾਵਨਾ ਰੱਖ ਕੇ ਮੇਰੀ ਭਾਵਨਾ। ਜਿੰਨਾ ਚਿਰ ਤੂੰ ਆਪਣੀ ਭਾਵਨਾ ਰੱਖੇਗਾ, ਤੂੰ ਕੁਛ ਨਾ ਕੁਛ ਮਾਇਆ 'ਚ ਹੀ ਕਰੇਗਾ। ਜਦੋਂ ਤੂੰ ਸਾਰੀ ਗੱਲ ਹੀ ਉਹਦੇ ਤੇ ਛੱਡ ਕੇ ਚੱਲੇਗਾ ਵੀ ਜਿਵੇਂ ਤੈਨੂੰ ਪਾਉਂਦਾ ਉਵੇਂ ਦੱਸ, ਜਿਉਂ ਤੂੰ ਚਲਾਵੇ ਤੇ ਚਲਾ ਸੁਆਮੀ, ਜਿਵੇਂ ਤੂੰ ਚਲਾਵੇਂ ਮੈਂ ਤਾਂ ਉਵੇਂ ਚੱਲਣ ਨੂੰ ਤਿਆਰ ਹਾਂ। ਮੈਂ ਨਹੀਂ ਆਪਣੇ ਹਿਸਾਬ ਨਾਲ ਚੱਲਣਾ, ਮੈਂ ਤਾਂ ਫਸ ਜਾਊਂਗਾ। ਮੈਨੂੰ ਤਾਂ ਕੋਈ ਪਤਾ ਹੀ ਨਹੀਂ ਕਿਸੇ ਚੀਜ਼ ਦਾ। ਪਰ ਹੇ ਮੇਰੇ ਮਨਾ, ਤੂੰ ਤਾਂ ਆਪ ਹੀ ਡਿਕਟੇਟਰਸ਼ਿਪ ਆ ਵੀ ਮੈਨੂੰ ਹੀ ਸਾਰਾ ਕੁਝ ਪਤਾ ਹੈ, ਤੇ ਤੈਨੂੰ ਕਾਸੇ ਦਾ ਨਹੀਂ ਪਤਾ। ਆਪਣੇ ਮੂਲ ਤੇ ਗੱਲ ਛੱਡ ਕੇ ਚੱਲ। ਜਦੋਂ ਤੂੰ ਆਪਣੇ ਮੂਲ ਤੇ ਗੱਲ ਛੱਡੇਗਾ, ਫਿਰ ਤੈਨੂੰ ਸਾਰੀ ਸੋਝੀ ਆ ਜਾਣੀ, ਤੇ ਫਿਰ ਤੇਰਾ ਜੀਵਨ ਹੀ ਬਦਲ ਜਾਵੇਗਾ।